दोस्तों आज इस वीडियो रिपोर्ट ਵਿੱਚ ਮੈਂ ਗੱਲ ਕਰਾਂਗਾ ਸਾਲ 1986 ਫਰਵਰੀ ਦਾ ਮਹੀਨਾ ਸੀ। ਨਕੋਦਰ ਦੇ ਵਿੱਚ ਇੱਕ ਘਟਨਾ ਵਾਪਰਦੀ ਹੈ। ਸ਼ਹਿਰ ਦੇ ਵਿੱਚ ਬੇਦਬੀ ਦੀਆਂ ਘਟਨਾਵਾਂ ਹੁੰਦੀਆਂ ਨੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਦਬੀ ਕੀਤੀ ਜਾਂਦੀ ਹੈ, ਜਿਸ ਤੋਂ ਬਾਅਦ ਕੀ ਇਕੱਠ ਨਕੋਦਰ ਵਿਖੇ ਇਕੱਠਾ ਹੋ ਜਾਂਦਾ ਸ਼ਹਿਰ ਦੇ ਬਾਹਰ ਤੇ ਇਸ ਇਕੱਠ ਨੂੰ ਤਿੱਤਰ ਬਿੱਤਰ ਕਰਨ ਦੇ ਮਕਸਦ ਦੇ ਨਾਲ ਪੁਲਿਸ ਵੱਲੋਂ ਜਦੋਂ ਬਲ ਪ੍ਰਯੋਗ ਕੀਤਾ ਜਾਂਦਾ ਹੈ, ਉਸ ਘਟਨਾ ਦੇ ਵਿੱਚ ਗੋਲੀਬਾਰੀ ਹੁੰਦੀ ਹੈ। ਬਾਅਦ ਦੇ ਵਿੱਚ ਜਿਹੜੇ ਤੱਥ ਅਲੱਗ-ਅਲੱਗ ਜਾਂਚ ਕਮਿਸ਼ਨਾਂ ਵੱਲੋਂ ਕੱਢੇ ਗਏ, ਉਸ ਦੇ ਵਿੱਚ ਇਹ ਪਤਾ ਲੱਗਿਆ ਕਿ ਇਹ ਗੋਲੀਬਾਰੀ ਇੱਕ ਅਜਿਹੀ ਕਨਫਰੰਟੇਸ਼ਨ ਨਹੀਂ ਸੀ, ਬਲਕਿ ਇੱਕ ਤਰਫਾ ਗੋਲੀਬਾਰੀ ਸੀ, ਜਿਸ ਵਿੱਚ ਕਿ ਪੁਲਿਸ ਵੱਲੋਂ 4 ਲੋਕਾਂ ਦੀ ਹੱਤਿਆ ਕਰ ਦਿੱਤੀ ਗਈ। ਇਟ ਵਾਜ਼ ਅ ਕੋਲਡ ਬਲੱਡਡ ਮਰਡਰ, ਜਿਸ ਦੇ ਵਿੱਚ ਆਸ-ਪਾਸ ਦੇ ਪਿੰਡਾਂ ਦੇ 4 ਸਿੱਖ ਨੌਜਵਾਨ, ਜਿਨ੍ਹਾਂ ਵਿੱਚੋਂ 19.5 ਸਾਲ ਦਾ ਰਵਿੰਦਰ ਸਿੰਘ ਇੱਕ ਸੀ, ਹਰਵਿੰਦਰ ਸਿੰਘ, ਬਲਦੀਰ ਸਿੰਘ ਤੇ ਚਰਮਲ ਸਿੰਘ। ਇਹ 4 ਅਜਿਹੇ ਨੌਜਵਾਨ ਸੀ। ਇਹਨਾਂ ਵਿੱਚੋਂ ਇੱਕ ਰਵਿੰਦਰ ਸਿੰਘ ਦੇ ਪਿਤਾ ਸਰਦਾਰ ਬਲਦੇਵ ਸਿੰਘ ਦੇ ਨਾਲ ਕੁਝ ਹਫ਼ਤੇ ਪਹਿਲਾਂ ਮੈਂ ਇਸੇ ਚੈਨਲ ਦੇ ਉੱਤੇ ਗੱਲਬਾਤ ਕੀਤੀ ਸੀ। ਉਹਨਾਂ ਦੇ ਭਰਾ ਜੋ ਕਿ ਇਸ ਵਕਤ ਅਮਰੀਕਾ ਦੇ ਵਿੱਚ ਨੇ, ਡਾਕਟਰ ਹਰਿੰਦਰ ਸਿੰਘ, ਉਹਨਾਂ ਨੇ ਵੀ ਵੇਰਵੇ ਦਿੱਤੇ ਕਿ ਇਹਨਾਂ 37 ਸਾਲਾਂ ਦੇ ਵਿੱਚ ਪਰਿਵਾਰ ਨੇ ਕਿਹੜੀ ਜਦੋਜਹਿਦ ਕੀਤੀ, ਕਿਸ ਤਰੀਕੇ ਦਾ ਸੰਘਰਸ਼ ਰਿਹਾ। ਇਸ ਸਾਕੇ ਤੋਂ ਬਾਅਦ ਨਕੋਦਰ ਦੀ ਬੇਦਬੀ ਦੀ ਘਟਨਾ ਦੇ ਵਿਰੋਧ ਕਰ ਰਹੇ 4 ਸਿੱਖ ਨੌਜਵਾਨਾਂ ਦੇ ਕਤਲ ਤੋਂ ਬਾਅਦ ਪੁਲਿਸ ਮੁਕਾਬਲਿਆਂ ਦੇ ਵਿੱਚ ਕੀਤੀ ਗਈ ਹੱਤਿਆਵਾਂ ਤੋਂ ਬਾਅਦ ਮਾਮਲੇ ਦੀ ਜਿਹੜੀ ਪੜਤਾਲ ਹੁੰਦੀ ਹੈ, ਜਸਟਿਸ ਗੁਰਨਾਮ ਸਿੰਘ ਕਮਿਸ਼ਨ ਦੀ ਰਿਪੋਰਟ ਹੁੰਦੀ ਹੈ, ਜੋ ਕਿ ਉਸੇ ਸਾਲ ਅਕਤੂਬਰ 1986 ਦੇ ਵਿੱਚ ਟੇਬਲ ਕਰਤੀ ਗਈ ਸੀ। ਉਸ ਰਿਪੋਰਟ ਨੂੰ ਵਿਧਾਨ ਸਭਾ ਦੇ ਵਿੱਚ ਖੁਰਦ-ਬੁਰਦ ਕਰਤਾ ਗਿਆ। ਅਪਰਾਧਿਕ ਸਾਜ਼ਿਸ਼ ਦੇ ਤਹਿਤ ਪੰਜਾਬ ਸਰਕਾਰ ਦੇ ਟੌਪ ਦੇ ਲੈਵਲ ਦੇ ਬੈਠੇ ਫੰਕਸ਼ਨਰੀਜ਼, ਕੁਝ ਅਜਿਹੇ ਅਫਸਰ ਜਿਨ੍ਹਾਂ ਦੇ ਉੱਤੇ ਵੀ ਉਹਨਾਂ ਵਕਤਾਂ ਦੇ ਵਿੱਚ ਇਲਜ਼ਾਮ ਲੱਗੇ ਸਨ, ਬਾਅਦ ਦੇ ਵਿੱਚ ਉਹ ਸੂਬਿਆਂ ਦੇ ਮੁੱਖ ਸਕੱਤਰਾਂ ਦੇ ਅਹੁਦਿਆਂ ਉੱਤੇ ਬੈਠੇ, ਉਸ ਪ੍ਰਭਾਵ ਤੇ ਉਸ ਰਸੂਖ ਦੇ ਚੱਲਦੇ ਹੋਏ ਵਿਧਾਨ ਸਭਾ ਦੇ ਵਿੱਚੋਂ ਇਹ ਰਿਪੋਰਟਾਂ ਗਾਇਬ ਕਰਤੀਆਂ ਗਈਆਂ। ਇਸ ਰਿਪੋਰਟ ਦਾ ਇੱਕ ਹਿੱਸਾ ਪਾਰਟ 1 ਹੀ ਇਸ ਪੀੜਤ ਪਰਿਵਾਰ ਨੂੰ, ਯਾਨੀ ਕਿ ਰਮਿੰਦਰ ਸਿੰਘ ਦੇ ਪਰਿਵਾਰ ਨੂੰ ਮਿਲ ਪਾਇਆ। ਉਹ ਵੀ ਕਈ ਦਹਾਕਿਆਂ ਦੀ ਜਦੋਜਹਿਦ ਤੋਂ ਬਾਅਦ ਤਕਰੀਬਨ 25 ਤੋਂ 30 ਸਾਲ ਇਹਨਾਂ ਨੂੰ ਸੰਘਰਸ਼ ਕਰਨਾ ਪਿਆ, ਅਦਾਲਤਾਂ ਦੇ ਬੂਹੇ ਖੜਕਾਉਣੇ ਪਏ, ਜਿਸ ਤੋਂ ਬਾਅਦ ਜਾ ਕੇ ਆਮ ਆਦਮੀ ਪਾਰਟੀ ਦੇ ਵਿਧਾਇਕ, ਉਸ ਵਕਤ ਦੇ ਵਿਧਾਇਕ ਤੇ ਅੱਜ ਦੇ ਮੰਤਰੀ ਹਰਪਾਲ ਸਿੰਘ ਚੀਮਾ, ਕੰਵਰ ਸੰਧੂ ਤੇ ਹਰਿੰਦਰ ਸਿੰਘ ਫੂਲਕਾ, ਇਹਨਾਂ ਦੀ ਮਦਦ ਦੇ ਨਾਲ ਇਹ ਲੋਕਾਂ ਨੂੰ ਜਸਟਿਸ ਗੁਰਨਾਮ ਸਿੰਘ ਦੀ ਰਿਪੋਰਟ ਦਾ ਪਹਿਲਾ ਹਿੱਸਾ ਮਿਲ ਸਕਿਆ। ਲੇਕਿਨ ਦੂਸਰਾ ਤੇ ਜਿਹੜਾ ਜ਼ਿਆਦਾ ਕ੍ਰਿਟੀਕਲ ਹਿੱਸਾ ਸੀ, ਯਾਨੀ ਕਿ ਉਹ ਰਿਪੋਰਟ ਦਾ ਪੱਖ ਜਾਂ ਭਾਗ ਜਿਸ ਵਿੱਚ ਕਿ ਪੁਲਿਸ ਦੀ ਅਪਰਾਧਿਕ ਕਾਰਵਾਈ ਦੇ ਬਾਰੇ ਸਭ ਗੱਲਾਂ ਬਾਤਾਂ ਕੀਤੀਆਂ ਗਈਆਂ ਸੀ, ਉਹ ਹਿੱਸਾ ਗਾਇਬ ਰਿਹਾ। ਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਇਸ ਕੇਸ ਦੇ ਵਿੱਚ ਅਲੱਗ-ਅਲੱਗ ਸਮਿਆਂ ਉੱਤੇ ਪਿਛਲੇ ਸਾਲ ਸਤੰਬਰ ਤੇ ਉਸ ਤੋਂ ਪਹਿਲੇ ਸਾਲ ਵੀ 2 ਅਲੱਗ-ਅਲੱਗ ਨੋਟਿਸ ਦਿੱਤੇ ਗਏ, ਜਿਸ ਵਿੱਚ ਕਿ ਇਹ ਲੋਕਾਂ ਨੇ ਇੱਕ ਸਪੈਸ਼ਲ ਇਨਵੈਸਟੀਗੇਟਿਵ ਟੀਮ ਦੀ ਮੰਗ ਕੀਤੀ ਸੀ, ਜੋ ਕਿ ਇਸ ਚੀਜ਼ ਦੀ ਪੜਤਾਲ ਕਰ ਸਕੇ ਕਿ ਜਸਟਿਸ ਗੁਰਨਾਮ ਸਿੰਘ ਦੀ ਨਕੋਦਰ ਕਾਂਡ ਦੇ ਵਿੱਚ, ਨਕੋਦਰ ਬੇਅਦਬੀ ਦੀਆਂ ਘਟਨਾਵਾਂ ਤੋਂ ਬਾਅਦ ਪੁਲਿਸ ਮੁਕਾਬਲੇ, ਜਾਂ ਕਹਿ ਦਈਏ ਕਿ ਪੁਲਿਸ ਦੀ ਮੁਕਾਬਲਾ ਨਹੀਂ ਸੀ, ਉਹ ਪੁਲਿਸ ਦੀ ਬੇਦਰਦੀ ਦੇ ਨਾਲ ਕੀਤੀ ਗਈ ਫਾਇਰਿੰਗ ਸੀ। ਉਸ ਦੇ ਵਿੱਚ ਮਾਰੇ ਗਏ 4 ਸਿੱਖ ਨੌਜਵਾਨਾਂ ਦੇ ਕਤਲ ਦੇ ਮਾਮਲਿਆਂ ਦੀ ਰਿਪੋਰਟ ਨੂੰ ਕਿਉਂ ਖੁਰਦ-ਬੁਰਦ ਕੀਤਾ ਗਿਆ, ਇਸ ਮਾਮਲੇ ਦੀ ਪੜਤਾਲ ਹੋਣੀ ਚਾਹੀਦੀ ਹੈ। ਸੋ ਵਿਧਾਨ ਸਭਾ ਦੇ ਵਿੱਚ, ਵਿਧਾਨ ਸਭਾ ਦੇ ਰਿਕਾਰਡ ਤੋਂ ਉਸ ਰਿਪੋਰਟ ਦਾ ਗਾਇਬ ਹੋਣਾ ਇਹਨਾਂ ਸਰਕਾਰਾਂ ਤੇ ਤਮਾਮ ਸਿਆਸੀ ਪਾਰਟੀਆਂ, ਚਾਹੇ ਉਹ ਅਕਾਲੀ ਦਲ ਰਿਹਾ, ਚਾਹੇ ਉਹ ਕਾਂਗਰਸ ਰਹੀ, ਤੇ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਅੱਜ ਆਮ ਆਦਮੀ ਪਾਰਟੀ ਆਪਣੇ ਉਸ ਵਾਅਦੇ, ਆਪਣੀ ਉਸ ਕਮਿਟਮੈਂਟ ਤੋਂ ਮੁਨਕਰ ਹੁੰਦੀ ਹੋਈ ਨਜ਼ਰ ਆ ਰਹੀ ਹੈ। ਨਕੋਦਰ ਬੇਦਬੀਆਂ ਤੇ ਨੌਜਵਾਨਾਂ ਦੀ ਮੌਤ ਦੇ ਕੇਸਾਂ ਦੀ ਪੜਤਾਲਾਂ ਜਾਂ ਪੜਤਾਲੀਆਂ ਰਿਪੋਰਟਾਂ ਨੂੰ ਵਿਧਾਨ ਸਭਾ ਦੇ ਰਿਕਾਰਡ ਦੇ ਵਿੱਚੋਂ ਕਢਾਉਣ ਦੀ ਗੱਲਬਾਤ ਤਾਂ ਬਹੁਤ ਦੂਰ ਰਹਿ ਗਈ। ਦੋਸ਼ੀਆਂ ਦੇ ਖਿਲਾਫ ਕਾਰਵਾਈ ਜਾਂ ਇਸ ਮਾਮਲੇ ਦੀ ਜਾਂਚ ਕਰਨੀ ਤਾਂ ਬਹੁਤ ਦੂਰ ਦੀ ਗੱਲਬਾਤ ਰਹਿ ਗਈ। ਪਿਛਲੇ ਹਫ਼ਤੇ ਪੰਜਾਬ ਵਿਧਾਨ ਸਭਾ ਦੇ ਵਿੱਚ ਜਿਹੜੀ ਕਾਰਵਾਈ ਹੋਈ, ਉਹ ਸੁਣ ਕੇ ਸਭ ਦੀਆਂ ਨਜ਼ਰਾਂ ਸ਼ਰਮ ਦੇ ਨਾਲ ਝੁਕ ਜਾਂਦੀਆਂ ਨੇ ਤੇ ਅਸਲ ਰੂਪ ਤੇ ਅਸਲ ਚਿਹਰਾ ਨਜ਼ਰ ਆਉਂਦਾ ਹੈ ਉਹਨਾਂ ਸਿਆਸਤਦਾਨਾਂ ਦਾ, ਉਹਨਾਂ ਪੋਲੀਟੀਕਲ ਪਾਰਟੀਆਂ ਦਾ, ਪੋਲੀਟੀਸ਼ੀਅਨਸ ਦਾ, ਜੋ ਕਿ ਬੇਦਬੀਆਂ ਦੇ ਮੁੱਦਿਆਂ ਦੇ ਉੱਤੇ ਸਿਆਸੀ ਰੋਟੀਆਂ ਸੇਕਣ ਤੋਂ ਇਲਾਵਾ ਸ਼ਾਇਦ ਕੁਝ ਕਰ ਹੀ ਨਹੀਂ ਸਕਦੇ। ਸੋ ਹੁੰਦਾ ਕੀ ਹੈ, ਪੰਜਾਬ ਦਾ ਬਜਟ ਸੈਸ਼ਨ ਸ਼ੁਰੂ ਹੁੰਦਾ ਹੈ, ਵਿਧਾਨ ਸਭਾ ਦਾ ਬਜਟ ਸੈਸ਼ਨ ਜਾਂ ਕੋਈ ਵੀ ਸੈਸ਼ਨ ਜਦੋਂ ਸ਼ੁਰੂ ਹੁੰਦਾ, ਪਹਿਲਾ ਦਿਨ ਸ਼ੋਕ ਮਤਿਆਂ ਦਾ ਦਿਨ ਹੁੰਦਾ ਹੈ, ਜਿਸ ਦਿਨ ਓਬਿਚੁਰੀਜ਼ ਪ੍ਰੈਜ਼ੈਂਟ ਕੀਤੀਆਂ ਜਾਂਦੀਆਂ ਨੇ। ਇਹ ਚੀਜ਼ ਪਹਿਲਾਂ ਹੀ ਸੋਸ਼ਲ ਮੀਡੀਆ ਦੇ ਉੱਤੇ ਤੁਸੀਂ ਕਾਫੀ ਸੁਣ ਤੇ ਦੇਖ ਚੁੱਕੇ ਹੋ। ਇੱਕ ਆਮ ਆਦਮੀ ਪਾਰਟੀ ਦੇ ਵਿਧਾਇਕ ਖੜੇ ਹੁੰਦੇ ਨੇ, ਹੋਰ ਲੋਕਾਂ ਨੂੰ ਓਬਿਚੁਰੀਜ਼ ਦਿੱਤੀਆਂ ਜਾ ਰਹੀਆਂ ਹੁੰਦੀਆਂ ਨੇ, ਤੇ ਉਹਨਾਂ ਵੱਲੋਂ ਇਹਨਾਂ 4 ਸਿੱਖ ਨੌਜਵਾਨਾਂ, ਜਿਨ੍ਹਾਂ ਦੀ ਪੁਲਿਸ ਫਾਇਰਿੰਗ ਦੇ ਵਿੱਚ 1986 ਦੇ ਵਿੱਚ ਮੌਤ ਹੋ ਗਈ ਸੀ, ਤੇ ਉਸ ਤੋਂ ਬਾਅਦ ਦੇ 37 ਸਾਲਾਂ ਵਿੱਚ ਜਿਨ੍ਹਾਂ ਬਾਰੇ ਕੋਈ ਗੱਲਬਾਤ ਵਿਧਾਨ ਸਭਾ 'ਚ ਨਹੀਂ ਕੀਤੀ ਗਈ, ਵਿਧਾਨ ਸਭਾ ਦੇ ਪਟਲ ਤੋਂ, ਉਹਦੇ ਸਦਨ 'ਚੋਂ, ਉਸਦੇ ਰਿਕਾਰਡ 'ਚੋਂ ਉਹਨਾਂ ਦੀ ਇਨਕੁਆਇਰੀ ਰਿਪੋਰਟ ਗਾਇਬ ਕਰਤੀ ਗਈ। ਉਹਨਾਂ ਲੋਕਾਂ ਨੂੰ ਸ਼ਰਧਾਂਜਲੀਆਂ ਦੇਣ ਦੀ ਡਿਮਾਂਡ ਕੀਤੀ ਜਾਂਦੀ। ਇੱਕ ਆਮ ਆਦਮੀ ਪਾਰਟੀ ਦੇ ਵਿਧਾਇਕ ਗਿਆਸਪੁਰਾ, ਆਪਾਂ ਉਹਨਾਂ ਦੇ ਇੱਕ ਛੋਟਾ ਜਿਹਾ ਕੁਝ ਸੈਕਿੰਡਾਂ ਦਾ ਕਲਿੱਪ ਸੁਣਦੇ, ਜਿਸ ਤੋਂ ਬਾਅਦ ਇਹ ਗੱਲਬਾਤ ਨੂੰ ਮੈਂ ਅੱਗੇ ਤੋਰਾਂਗਾ। ਸਾਹਿਬ ਰਵਿੰਦਰ ਸਿੰਘ ਲਿੱਤਰਾ, ਹਰਮਿੰਦਰ ਸਿੰਘ ਚਲੂਪਰ, ਬਲਧੀਰ ਸਿੰਘ ਰਾਮਗੜ੍ਹ, ਚਰਮਲ ਸਿੰਘ ਗੋਰਸੀਆਂ ਪਿੰਡ, ਜਿਹੜੇ ਕਿ ਨਕੋਦਰ ਸਾਕੇ ਦੇ ਸ਼ਹੀਦ, ਜਿਹੜੇ ਕਿ 4 ਫਰਵਰੀ 1986 ਨੂੰ ਸ਼ਹੀਦ ਕਰ ਦਿੱਤੇ ਗਏ ਸਨ। ਮੈਂ ਚਾਹੁੰਦਾ ਕਿ ਉਹਨਾਂ ਨੂੰ ਵੀ
ਅੱਜ ਇੱਥੇ ਸ਼ਹੀਦ ਕਰਾਰ ਦੇ ਕੇ ਸ਼ਹੀਦੀ ਸ਼ੋਕ ਸਮਾਗਮ ਉਹਨਾਂ ਦੇ ਘਰ ਦੇ ਵਿੱਚ ਭੇਜੇ ਜਾਣ। ਪੁਰਾਣੇ ਨੇ ਤੇ ਇਸ ਕਲਿੱਪ ਦੇ ਅਖੀਰ ਦੇ ਵਿੱਚ ਪੰਜਾਬ ਦੇ ਸਪੀਕਰ, ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ, ਜੋ ਕਿ ਕੋਟਕਪੂਰਾ ਹਲਕੇ ਤੋਂ ਆਉਂਦੇ ਨੇ, ਉਹ ਹਲਕਾ ਜੋ ਕਿ 2015 ਦੇ ਵਿੱਚ ਪੰਜਾਬ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਹੋਈਆਂ ਬੇਅਦਬੀਆਂ ਦਾ ਐਪੀਸੈਂਟਰ ਜਾਂ ਉਸ ਦੇ ਨਾਲ ਜੁੜੇ ਹੋਏ ਘਟਨਾਕ੍ਰਮ ਦਾ ਐਪੀਸੈਂਟਰ ਰਿਹਾ। ਇਹਨਾਂ ਮੁੱਦਿਆਂ ਦੇ ਉੱਤੇ ਆਵਾਜ਼ ਬੁਲੰਦ ਕਰਨ ਵਾਲੇ ਕੁਲਤਾਰ ਸਿੰਘ ਸੰਧਵਾ, ਨਕੋਦਰ ਮੁੱਦੇ ਉੱਤੇ ਕੁਝ ਸਾਲ ਪਹਿਲਾਂ ਤੱਕ ਅਖਬਾਰਾਂ ਵਿੱਚ ਬਿਆਨ ਦੇਣ ਵਾਲੇ, ਵਿਧਾਨ ਸਭਾ ਦੇ ਵਿੱਚ ਬਿਆਨ ਦੇਣ ਵਾਲੇ ਕਿ ਇਹਨਾਂ ਮਾਮਲਿਆਂ ਦੀ ਜਾਂਚ ਹੋਏਗੀ, ਇਹਨਾਂ ਮਾਮਲਿਆਂ ਦੇ ਵਿੱਚ ਇਹਨਾਂ ਜਿਹੜੇ ਲੋਕ ਮਾਰੇ ਗਏ ਹੈਗੇ ਨੇ, ਸਿੱਖ ਨੌਜਵਾਨ ਮਾਰੇ ਗਏ ਨੇ, ਉਹਨਾਂ ਨੂੰ ਸ਼ਰਧਾਂਜਲੀਆਂ ਦਿੱਤੀਆਂ ਜਾਣੀਆਂ ਚਾਹੀਦੀਆਂ ਨੇ। ਕੁਝ ਸਾਲ ਪਹਿਲਾਂ ਤੱਕ ਵਿਧਾਨ ਸਭਾ ਦੇ ਰਿਕਾਰਡ ਦੇ ਵਿੱਚ ਇਹ ਗੱਲਾਂ ਕਰਨ ਵਾਲੇ ਕੁਲਤਾਰ ਸਿੰਘ ਸੰਧਵਾ ਬਤੌਰ ਵਿਧਾਇਕ ਇਹ ਗੱਲਾਂ ਕਰਿਆ ਕਰਦੇ ਸੀ, ਤੇ ਜਦੋਂ ਉਹ ਪੰਜਾਬ ਵਿਧਾਨ ਸਭਾ ਦੇ ਸਪੀਕਰ ਦੇ ਅਹੁਦੇ ਤੇ ਵਿਰਾਜਮਾਨ ਹੁੰਦੇ ਨੇ ਤੇ ਉਹਨਾਂ ਦੀ ਹੀ ਪਾਰਟੀ ਦਾ ਇੱਕ ਵਿਧਾਇਕ ਇਸ ਮਤੇ ਨੂੰ ਇੱਕ ਸ਼ੋਕ ਪ੍ਰਸਤਾਵ ਨੂੰ ਲਿਆਉਣ ਦੀ ਗੱਲ ਕਰਦਾ ਇਹਨਾਂ 4 ਮਾਰੇ ਗਏ ਸਿੱਖ ਨੌਜਵਾਨਾਂ ਦੇ ਮੁਤਲਕ, ਤਾਂ ਉਹਨਾਂ ਦਾ ਆਖਿਰ ਦੇ ਕੁਝ ਸ਼ਬਦ ਤੁਸੀਂ ਜਿਹੜੇ ਸੁਣੇ, ਉਹ ਇਹ ਕਹਿੰਦੇ ਨੇ ਕਿ ਮਾਮਲੇ ਬਹੁਤ ਪੁਰਾਣੇ ਨੇ, ਇਹ ਪੁਰਾਣੇ ਹੋ ਚੁੱਕੇ ਨੇ। ਡਾਕਟਰ ਸਾਹਿਬ ਤੁਸੀਂ ਹੋਰ ਕੁਝ ਕਹਿਣਾ ਤਾਂ ਕਹੋ। ਬਾਕਾਇਦਾ ਵਿਧਾਨ ਸਭਾ ਦੀ ਕਾਰਵਾਈ ਦੇ ਵਿੱਚ ਇਹ ਰਿਕਾਰਡ ਕੀਤੀ ਜਾਂਦੀ ਗੱਲ ਹੈ, ਯਾਨੀ ਕਿ ਉਹ ਵਿਧਾਇਕ ਤੇ ਉਹ ਸਿਆਸਤਦਾਨ ਜੋ ਕਿ ਅੱਜ ਤੋਂ ਕੁਝ ਸਾਲ ਪਹਿਲਾਂ ਬੇਅਦਬੀ ਦੇ ਮੁੱਦਿਆਂ ਨੂੰ ਆਧਾਰ ਬਣਾ ਕੇ ਆਪਣੀ ਰਾਜਨੀਤੀ ਕਰ ਰਹੇ ਸੀ। ਨਕੋਦਰ ਦਾ ਮੁੱਦਾ ਉਹਨਾਂ ਲਈ ਮੁੱਦਾ ਸੀ। ਨਕੋਦਰ ਦੇ ਵਿੱਚ ਸਿੱਖ ਨੌਜਵਾਨਾਂ ਦੀ ਮੌਤ ਉਹਨਾਂ ਲਈ ਇੱਕ ਵੱਡਾ ਇਸ਼ੂ ਸੀ। ਇੱਕ ਕਮਿਟਮੈਂਟ ਸੀ ਉਸ ਪਾਰਟੀ ਦੇ ਕਈ ਵਿਧਾਇਕਾਂ ਦੀ, ਜਿਸ ਵਿੱਚ ਹਰਪਾਲ ਚੀਮੇ ਤੋਂ ਲੈ ਕੇ ਕਮਰ ਸੰਧੂ ਤੋਂ ਲੈ ਕੇ ਹਰਵਿੰਦਰ ਸਿੰਘ ਫੂਲਕਾ ਤੋਂ ਲੈ ਕੇ ਖੁਦ ਕੁਲਤਾਰ ਸਿੰਘ ਸੰਧਵਾ ਸ਼ਾਮਲ ਸਨ ਕਿ ਵਿਧਾਨ ਸਭਾ ਦੇ ਵਿੱਚ ਉਹ ਰਿਪੋਰਟਾਂ ਜਸਟਿਸ ਗੁਰਨਾਮ ਸਿੰਘ ਕਮਿਸ਼ਨ ਦੀਆਂ ਕਿੱਥੋਂ ਗਾਇਬ ਹੋ ਗਈਆਂ, ਉਸ ਦੀ ਪੜਤਾਲ ਕਿਉਂ ਨਹੀਂ ਕਰਾਈ ਜਾਣੀ ਚਾਹੀਦੀ। ਅੱਜ ਉਹਨਾਂ 4 ਸਿੱਖ ਨੌਜਵਾਨਾਂ ਨੂੰ ਸ਼ਰਧਾਂਜਲੀ ਦੇਣ ਤੱਕ ਨੂੰ ਇੱਕ ਪੁਰਾਣਾ ਵਾਕਿਆ ਦੱਸਦੇ ਹੋਏ ਸੁਣਾਈ ਦੇ ਰਹੇ ਨੇ ਪੰਜਾਬ ਵਿਧਾਨ ਸਭਾ ਦੇ ਸਪੀਕਰ। ਇਸ ਤੋਂ ਵੱਡੀ ਤਰਾਸਦੀ ਪੰਜਾਬ ਦੀ ਸਿਆਸਤ ਤੇ ਸਿਆਸਤਦਾਨਾਂ ਲਈ ਕੋਈ ਹੋਰ ਹੋ ਨਹੀਂ ਸਕਦੀ ਹੈ। ਬੇਅਦਬੀ ਦੇ ਮੁੱਦਿਆਂ ਦੇ ਉੱਤੇ ਬੀਤੇ 7 ਸਾਲਾਂ ਤੋਂ ਆਪਣੀ ਸਿਆਸੀ ਰੋਟੀਆਂ ਸੇਕਣ ਵਾਲੀਆਂ ਪਾਰਟੀਆਂ ਅੱਜ ਉਹਨਾਂ ਕੇਸਾਂ ਦੇ ਵਿੱਚ ਉਹਨਾਂ ਦੇ ਨਕਾਬ ਉਤਰਦੇ ਹੋਏ ਨਜ਼ਰ ਆ ਰਹੇ ਨੇ। ਸਭ ਤੋਂ ਹੈਰਾਨੀ ਦੀ ਗੱਲ ਹੈ ਕਿ ਇਸ ਕੇਸ ਦੇ ਵਿੱਚ, ਯਾਨੀ ਕਿ 1986 ਦੇ ਨਕੋਦਰ ਕੇਸ ਦੇ ਵਿੱਚ ਜਿਹੜੇ ਮੇਨ ਅਫਸਰ ਸਨ ਮੁਹੰਮਦ ਇਜ਼ਹਾਰ ਆਲਮ, ਜੋ ਕਿ ਉਸ ਵਕਤ ਤਤਕਾਲੀ SSP ਸਨ, ਤੇ ਉਹਨਾਂ ਦੇ ਨਾਲ ਜਿਹੜੇ ਦੂਸਰੇ ਅਕਾਲੀ ਦਲ ਦੇ ਸੀਨੀਅਰ ਲੀਡਰ ਹੋਏ, ਬਾਅਦ ਦੇ ਵਿੱਚ ਉਹ ਕਾਂਗਰਸ ਦੇ ਵਿੱਚ ਸ਼ਾਮਲ ਹੋ ਗਏ, ਦਰਬਾਰਾ ਸਿੰਘ ਗੁਰੂ ਉਸ ਵਕਤ DC ਸਨ, ਤੇ ਇਹਨਾਂ ਦੇ ਹੀ ਨਿਰਦੇਸ਼ਾਂ ਤੋਂ ਬਾਅਦ ਉਹ ਪੂਰਾ ਦਾ ਪੂਰਾ ਐਕਸ਼ਨ ਹੁੰਦਾ ਹੈ। ਉਸ ਘਟਨਾ ਦਾ ਵੇਰਵਾ ਮੇਰੀ ਪਹਿਲੀ ਰਿਪੋਰਟ ਵਿੱਚ ਹੈ, ਕਿਵੇਂ ਗੋਲੀ ਚੱਲਦੀ ਹੈ, ਤੇ ਜੋ ਵੇਰਵੇ ਜਸਟਿਸ ਗੁਰਨਾਮ ਸਿੰਘ ਰਿਪੋਰਟ ਦੀ ਫਾਈਂਡਿੰਗਸ ਵਿੱਚ ਆਏ, ਇਹ ਚੀਜ਼ ਸਪਸ਼ਟ ਹੋਈ ਕਿ ਪੁਲਿਸ ਨੇ ਕਿਸੇ ਕਨਫਰੰਟੇਸ਼ਨ ਜਾਂ ਕਨਫਲਿਕਟ ਦੇ ਚੱਲਦੇ ਨਹੀਂ, ਬਲਕਿ ਉਹਨਾਂ ਮੁੰਡਿਆਂ ਨੂੰ ਕੋਹ ਕੇ ਮਾਰਿਆ। ਇਹ ਗੱਲਾਂ ਬਾਤਾਂ ਰਿਪੋਰਟ ਦੇ ਦੂਸਰੇ ਹਿੱਸੇ, ਜਿਸ ਨੂੰ ਕਿ ਹੁਣ ਵਿਧਾਨ ਸਭਾ ਵਿੱਚੋਂ ਗਾਇਬ ਕਰ ਦਿੱਤਾ ਗਿਆ ਹੈ, ਉਸ ਦੇ ਵਿੱਚ ਦਰਜ ਨੇ। ਦਰਬਾਰਾ ਸਿੰਘ ਗੁਰੂ ਅਤੇ ਮੁਹੰਮਦ ਇਜ਼ਹਾਰ ਆਲਮ, ਜਿਨ੍ਹਾਂ ਦੀ ਹੁਣ ਮੌਤ ਹੋ ਚੁੱਕੀ ਹੈ, ਇਹ 2 ਅਜਿਹੇ IAS ਤੇ IPS ਅਫਸਰ ਸਨ ਜੋ ਕਿ ਅਕਾਲੀ ਦਲ ਦੀਆਂ, ਪ੍ਰਕਾਸ਼ ਸਿੰਘ ਬਾਦਲ ਦੀਆਂ ਅਲੱਗ-ਅਲੱਗ ਸਰਕਾਰਾਂ ਦੇ ਸਮਿਆਂ ਦੇ ਉੱਤੇ ਟੌਪ ਲੈਵਲ ਦੇ ਫੰਕਸ਼ਨਰੀਜ਼, ਪ੍ਰਿੰਸੀਪਲ ਸਕੱਤਰ ਤੇ ਸੂਬਿਆਂ ਦੇ DGP ਜਾਂ ਕਈ ਜ਼ਿਲ੍ਹਿਆਂ ਦੇ ਵਿੱਚ ਉਤਲੇ ਅਹੁਦਿਆਂ ਦੇ ਉੱਤੇ ਰਹੇ। ਲੇਕਿਨ ਜਦੋਂ ਇਹ ਲੋਕ ਰਿਟਾਇਰ ਹੋ ਜਾਂਦੇ ਨੇ, ਇਹ ਅਕਾਲੀ ਦਲ ਪਾਰਟੀ ਦੇ ਵਿੱਚ ਉਸ ਦੇ ਰੈਂਕ ਐਂਡ ਫਾਈਲ ਦੇ ਵਿੱਚ ਜਥੇਬੰਦੀ ਵਿੱਚ ਸ਼ਾਮਲ ਹੋ ਜਾਂਦੇ ਨੇ ਤੇ ਇਹਨਾਂ ਨੂੰ ਟਿਕਟਾਂ ਦਿੱਤੀਆਂ ਜਾਂਦੀਆਂ ਨੇ, ਇਲੈਕਸ਼ਨ ਲੜਾਏ ਜਾਂਦੇ ਨੇ। ਤਾਂ ਇਸ ਚੀਜ਼ ਦੇ ਵਿੱਚ, ਇਸ ਚੀਜ਼ ਨੂੰ ਸਮਝਣ ਦੇ ਵਿੱਚ ਕੋਈ ਰਾਕਟ ਸਾਇੰਸ ਨਹੀਂ ਹੈ ਕਿ ਦਰਬਾਰਾ ਸਿੰਘ ਗੁਰੂ ਦੇ ਐਡੀ ਉਤਲੇ ਅਹੁਦੇ ਤੇ ਬੈਠੇ ਹੁੰਦਿਆਂ ਹੋਇਆਂ ਵਿਧਾਨ ਸਭਾ ਦੀ ਕਾਰਵਾਈ ਤੋਂ ਜਸਟਿਸ ਗੁਰਨਾਮ ਸਿੰਘ ਕਮਿਸ਼ਨ ਦੀ ਜਿਹੜੀ ਰਿਪੋਰਟ ਦਾ ਦੂਸਰਾ ਤੇ ਕ੍ਰਿਟੀਕਲ ਭਾਗ ਸੀ, ਉਹ ਗਾਇਬ ਕਿਉਂ ਹੋ ਗਿਆ, ਕਿਵੇਂ ਹੋ ਗਿਆ। ਲੇਕਿਨ ਉਸ ਤੋਂ ਬਾਅਦ ਦੀਆਂ ਸਰਕਾਰਾਂ, 2017 ਤੋਂ ਬਾਅਦ ਦੀਆਂ ਸਰਕਾਰਾਂ, ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਤੇ ਮੌਜੂਦਾ ਭਗਵੰਤ ਮਾਨ ਸਰਕਾਰ ਦੀ ਕਮਿਟਮੈਂਟਸ ਜਿਹੜੀਆਂ ਹੈ ਉਹ ਕਿਤੇ ਵੀ ਖੜਦੀਆਂ ਨਜ਼ਰ ਨਹੀਂ ਆ ਰਹੀਆਂ ਨੇ। ਤੇ ਜੋ ਪੰਜਾਬ ਵਿਧਾਨ ਸਭਾ ਦੇ ਵਿੱਚ ਪੰਜਾਬ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਗੱਲ ਕੀਤੀ, ਜਿਸ ਤਰੀਕੇ ਦੇ ਨਾਲ ਇਹ ਬਹੁਤ ਛੋਟੀ ਗੱਲ ਸੀ, ਸ਼ਰਧਾਂਜਲੀਆਂ ਦੇਣਾ ਉਹਨਾਂ ਸਿੱਖ ਨੌਜਵਾਨਾਂ ਨੂੰ ਜਿਨ੍ਹਾਂ ਦੀ ਮੌਤ ਹੋਈ ਹੈ, ਇੱਕ ਬਹੁਤ ਛੋਟਾ ਪੱਖ ਸੀ। ਲੇਕਿਨ ਉਸ ਮੁੱਦੇ ਉੱਤੇ ਹੀ ਇਹ ਸਰਕਾਰ ਮੁਨਕਰ ਹੁੰਦੀ ਹੋਈ ਨਜ਼ਰ ਆ ਰਹੀ ਹੈ, ਜਦੋਂ ਕਿ ਸਰਕਾਰ ਦੇ ਆਪਣੇ ਹੱਥ ਵੱਸ ਦੇ ਵਿੱਚ ਹੈ। ਅੱਜ ਕੋਈ ਵੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਣਾ ਕੇ ਵਿਧਾਨ ਸਭਾ ਦੀ ਇੱਕ ਆਪਣੀ ਪਾਰਲੀਮੈਂਟਰੀ ਕਮੇਟੀ ਬੈਠ ਸਕਦੀ ਹੈ। ਇਹ ਕੋਈ ਛੋਟਾ ਮੁੱਦਾ ਨਹੀਂ ਹੈ। ਸਾਡੇ ਤੁਹਾਡੇ ਘਰਾਂ ਦੇ ਵਿੱਚੋਂ ਛੋਟੇ ਕੋਈ ਚੀਜ਼ ਚੋਰੀ ਹੋ ਜਾਏ, ਤੁਹਾਡਾ ਕੋਈ ਮੋਟਰਸਾਈਕਲ, ਸਕੂਟਰ, ਕਾਰ ਚੋਰੀ ਹੋ ਜਾਏ, ਤੁਸੀਂ ਭੱਜ ਕੇ ਥਾਣੇ ਜਾਂਦੇ ਹੋ, ਤੁਸੀਂ ਥਾਣੇ ਦੇ ਵਿੱਚ ਸ਼ਿਕਾਇਤ ਕਰਾਉਂਦੇ ਹੋ। ਇੱਥੇ ਇੱਕ ਜੁਡੀਸ਼ੀਅਲ ਕਮਿਸ਼ਨ ਦੀ ਰਿਪੋਰਟ ਵਿਧਾਨ ਸਭਾ ਦੇ ਵਿੱਚੋਂ ਖੁਰਦ-ਬੁਰਦ ਕਰ ਦਿੱਤੀ ਗਈ ਹੋਵੇ, ਉਸ ਦਾ ਰਿਕਾਰਡ ਗਾਇਬ ਕਰ ਦਿੱਤਾ ਗਿਆ ਹੋਵੇ, ਅਪਰਾਧਿਕ ਜਿਹੜੀ ਲਾਇਬਿਲਿਟੀ ਉਸਨੇ ਕਈ ਅਫਸਰਾਂ ਦੇ ਉੱਤੇ ਤੈਅ ਕੀਤੀ ਸੀ, ਉਸ ਦਾ ਕੋਈ ਰਿਕਾਰਡ ਹੀ ਅੱਜ ਪੰਜਾਬ ਵਿਧਾਨ ਸਭਾ ਵਿੱਚ ਨਾ ਹੋਵੇ, ਤੇ ਇਸ ਮਾਮਲੇ ਦੇ ਉੱਤੇ ਅੱਜ ਕੋਈ ਰਾਜਨੀਤਿਕ ਪਾਰਟੀ, ਕੋਈ ਸਿਆਸਤਦਾਨ ਬੋਲਣ ਨੂੰ ਤਿਆਰ ਨਾ ਹੋਵੇ। ਹਰਵਿੰਦਰ ਸਿੰਘ ਫੂਲਕਾ ਵਿਧਾਨ ਸਭਾ ਵਿੱਚ ਨਹੀਂ ਨੇ, ਕੰਵਰ ਸੰਧੂ ਜਿਨ੍ਹਾਂ ਨੇ ਇਸ ਵਿਸ਼ੇ ਨੂੰ ਚੁੱਕਿਆ ਵਿਧਾਨ ਸਭਾ ਵਿੱਚ ਨਹੀਂ ਨੇ, ਹਰਪਾਲ ਚੀਮਾ ਅੱਜ ਮੰਤਰੀ ਹੈਗੇ ਨੇ। ਤੇ ਸਭ ਤੋਂ ਹੈਰਾਨੀ ਦੀ ਗੱਲ ਹੈ ਕਿ ਅੱਜ ਵਿਧਾਨ ਸਭਾ ਦੇ ਸਪੀਕਰ ਦੀ ਕੁਰਸੀ ਉੱਤੇ ਕੌਣ ਬੈਠਾ ਹੈ? ਕੁਲਤਾਰ ਸਿੰਘ ਸੰਧਵਾ,
ਕੁਝ ਸਾਲ ਪਹਿਲਾਂ ਤੱਕ ਉਹਨਾਂ ਦੇ ਸੁਰ ਹੋਰ ਸੀ, ਅੱਜ ਉਹਨਾਂ ਦੀ ਭਾਸ਼ਾ ਕੁਝ ਹੋਰ ਹੈ। ਇਹ ਜਿਹੜੇ ਸਿੱਖ ਨੌਜਵਾਨ ਜਿਨ੍ਹਾਂ ਦੀ ਮੌਤਾਂ ਨਹੀਂ ਹੋਈਆਂ ਬਲਕਿ ਇਹ ਐਕਸਟਰਾ ਜੁਡੀਸ਼ੀਅਲ ਕਿਲਿੰਗ ਸਨ। ਮੌਤ ਜਾਂ ਇਹਨਾਂ ਦੀ ਹੱਤਿਆ ਕਰਨ ਤੋਂ ਬਾਅਦ ਇਹਨਾਂ ਦੇ ਪੋਸਟਮਾਰਟਮ ਕਰਵਾਏ ਗਏ। ਕਾਲੀ ਦੇ ਵਿੱਚ ਉਹਨਾਂ ਪੋਸਟਮਾਰਟਮ ਰਿਪੋਰਟਾਂ ਦੇ ਵਿੱਚ ਕੀ ਕੁਛ ਆਇਆ ਇਹ ਵੀ ਚੀਜ਼ਾਂ ਕਲੀਅਰ ਨਹੀਂ ਹੋ ਪਾਈਆਂ, ਤੇ ਇਹਨਾਂ ਦੇ ਅੰਤਿਮ ਜਿਹੜੇ ਸੰਸਕਾਰ ਤੱਕ ਸੀ ਉਹ ਵੀ ਪੁਲਿਸ ਨੇ ਇਹਨਾਂ ਦੇ ਘਰਦਿਆਂ ਨੂੰ, ਮਾਪਿਆਂ ਨੂੰ ਕਰਨ ਦੀ ਇਜਾਜ਼ਤ ਨਹੀਂ ਦਿੱਤੀ। ਤੁਸੀਂ ਉਸ ਵਧੀਕੀ ਦਾ ਲੈਵਲ ਸਮਝੋ, ਉਸ ਦੇ ਵਿੱਚ ਕਈ ਅਜਿਹੇ ਹੇਠਲੇ ਪੱਧਰ ਦੇ SP ਪੱਧਰ ਦੇ, SSP ਪੱਧਰ ਤੇ ਉਸ ਤੋਂ ਹੇਠਲੇ ਥਾਣੇ ਪੱਧਰ ਦੇ ਜਿਹੜੇ ਅਫਸਰ ਹੈ ਉਹਨਾਂ ਦੇ ਨਾਂ ਆਉਂਦੇ ਨੇ। ਤੇ ਨੌਜਵਾਨ ਸਨ ਕੌਣ? ਮੇਰੇ ਮਨ ਦੇ ਵਿੱਚ ਵੀ ਸਵਾਲ ਆਇਆ ਕਿ ਜੇ ਇਹਨਾਂ ਨੌਜਵਾਨਾਂ ਨੂੰ ਤੁਸੀਂ ਪੰਜਾਬ ਵਿਧਾਨ ਸਭਾ ਦੇ ਵਿੱਚ ਸ਼ਰਧਾਂਜਲੀ ਦੇਣਾ ਨਹੀਂ ਚਾਹ ਰਹੇ ਹੋ ਤਾਂ ਕੀ ਕੋਈ ਪੋਸੀਬਿਲਿਟੀ ਹੈ ਕਿ ਇਹ ਨੌਜਵਾਨ ਕਿਸੇ ਲਹਿਰ ਦਾ ਹਿੱਸਾ ਹੋਣ, ਖਾੜਕੂ ਮੂਵਮੈਂਟ ਦੇ ਵਿੱਚ ਜੁੜੇ ਹੋਣ, ਇਹਨਾਂ ਨੂੰ ਸਰਕਾਰ ਅੱਤਵਾਦੀ ਹੀ ਨਾ ਮੰਨਦੀ ਹੋਵੇ, ਦਹਿਸ਼ਤਗਰਦ ਨਾ ਮੰਨਦੀ ਹੋਵੇ, ਵੱਖਵਾਦੀ ਨਾ ਮੰਨਦੀ ਹੋਵੇ, ਤਾਂ ਕਰਕੇ ਇਹਨਾਂ ਨੂੰ ਵਿਧਾਨ ਸਭਾ ਦੇ ਵਿੱਚ ਕੋਈ ਸ਼ਰਧਾਂਜਲੀ ਨਹੀਂ ਦਿੱਤੀ ਜਾ ਰਹੀ। ਲੇਕਿਨ ਅਜਿਹਾ ਬਿਲਕੁਲ ਨਹੀਂ ਸੀ। ਇਹਨਾਂ ਵਿੱਚੋਂ ਜ਼ਿਆਦਾਤਰ ਨੌਜਵਾਨ ਅਜਿਹੇ ਸਨ ਜੋ ਕਿ ਨਾਰਮਲ ਸਾਧਾਰਨ ਮਿਡਲ ਕਲਾਸ ਪਰਿਵਾਰਾਂ ਦੇ ਸਨ। ਕੋਈ MSc ਕਰ ਰਿਹਾ ਸੀ, ਕੋਈ MA ਕਰ ਰਿਹਾ ਸੀ, ਤੇ 19.5 ਸਾਲ ਦਾ ਰਵਿੰਦਰ ਬਿਲਕੁਲ ਹੀ ਛੋਟੀ ਉਮਰ ਦਾ ਉਹ ਨੌਜਵਾਨ ਸੀ ਜਿਸ ਦਾ ਕੋਈ ਅਜਿਹਾ ਪਿਛੋਕੜ ਨਹੀਂ ਸੀ। ਇਹ ਲੋਕ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਨਕੋਦਰ ਇਲਾਕੇ ਦੇ ਵਿੱਚ ਕਈ ਪਿੰਡਾਂ ਦੇ ਗੁਰਦੁਆਰਿਆਂ ਦੇ ਵਿੱਚ ਜਿਹੜੀ ਬੇਅਦਬੀ ਹੋਈ ਸੀ ਉਸ ਦਾ ਵਿਰੋਧ ਕਰ ਰਹੇ ਸੀ। ਵਿਰੋਧ ਲਈ ਇਕੱਠ ਪੁਲ ਦੇ ਕੋਲ ਬੈਠਾ ਸੀ ਜਿੱਥੋਂ ਕਿ ਇਹਨਾਂ ਨੂੰ ਹਟਾਉਣ ਲਈ ਪੁਲਿਸ ਨੇ ਲਾਠੀਚਾਰਜ ਕੀਤਾ, ਬਲ ਦਾ ਪ੍ਰਯੋਗ ਕੀਤਾ। ਲੇਕਿਨ ਕਿਹੜੇ ਹਾਲਾਤਾਂ ਦੇ ਵਿੱਚ ਉਹ ਬਲ ਪ੍ਰਯੋਗ ਫਾਇਰਿੰਗ ਦੇ ਵਿੱਚ ਤਬਦੀਲ ਹੋ ਗਿਆ ਤੇ ਜਿਸ ਤਰੀਕੇ ਦੇ ਨਾਲ ਗੋਲੀਆਂ ਮਾਰੀਆਂ ਗਈਆਂ ਚੁੱਪ-ਚਪੀਤੇ ਰਾਤੋਂ ਰਾਤ ਕੁਝ ਘੰਟਿਆਂ ਦੇ ਵਕਫੇ ਤੋਂ ਬਾਅਦ ਇਹਨਾਂ ਦੇ ਪੋਸਟਮਾਰਟਮ ਕਰਾਏ ਤੇ ਇਹਨਾਂ ਦੇ ਸੰਸਕਾਰ ਪੁਲਿਸ ਨੇ ਆਪਣੀ ਕਸਟਡੀ ਵਿੱਚ ਕਰਤੇ। ਇਹ ਸਾਰੀ ਦੀ ਸਾਰੀ ਜਿਹੜੀ ਕਾਰਵਾਈ ਸੀ ਇਸ ਬਾਰੇ ਪੂਰਾ ਖੁਲਾਸਾ ਜਸਟਿਸ ਗੁਰਨਾਮ ਸਿੰਘ ਦੀ ਰਿਪੋਰਟ ਵਿੱਚ ਉਸ ਪੱਖ ਵਿੱਚ ਹੋਇਆ ਹੋਏਗਾ ਜੋ ਕਿ ਅੱਜ ਸਾਡੇ ਤੁਹਾਡੇ ਕੋਲ ਨਹੀਂ ਹੈ, ਪਬਲਿਕ ਡੋਮੇਨ ਦੇ ਵਿੱਚ ਨਹੀਂ ਹੈ, ਜਿਸ ਨੂੰ ਖੁਰਦ-ਬੁਰਦ ਕੀਤਾ ਗਿਆ ਹੈ ਤੇ ਅੱਜ ਜਿਸ ਦੀ ਭਾਲ ਕਰਨ ਲਈ, ਜਿਸ ਦੀ ਇਨਵੈਸਟੀਗੇਸ਼ਨ ਕਰਨ ਲਈ ਸਰਕਾਰਾਂ ਤਿਆਰ ਨਹੀਂ ਨੇ। ਨਕੋਦਰ ਦੀ ਇਹ ਘਟਨਾ ਤੇ ਕਾਂਡ ਸੁਰਜੀਤ ਸਿੰਘ ਬਰਨਾਲਾ ਦੀ ਅਕਾਲੀ ਮਿਨਿਸਟਰੀ ਵੇਲੇ ਹੋਇਆ ਸੀ ਜੋ ਕਿ ਕੁਝ ਸਾਲ ਰਹੀ ਤੇ ਉਸ ਤੋਂ ਬਾਅਦ ਉਸ ਨੂੰ ਵੀ ਭੰਗ ਕਰਤਾ ਗਿਆ। ਲੇਕਿਨ ਉਸ ਨੂੰ ਭੰਗ ਕਰੇ ਜਾਣ ਦਾ ਇੱਕ ਵੱਡਾ ਕਾਰਨ ਸੀ ਕਿ ਉਸ ਵਕਤ ਜਿਹੜੇ ਅਕਾਲੀ ਦਲ ਦੇ ਸਟਾਲਵਰਟਸ ਮੰਨੇ ਜਾਂਦੇ ਸਨ, ਗੁਰਚਰਨ ਸਿੰਘ ਟੌੜਾ ਤੇ ਪ੍ਰਕਾਸ਼ ਸਿੰਘ ਬਾਦਲ ਵਰਗੇ, ਉਹ ਵੀ ਨਹੀਂ ਚਾਹੁੰਦੇ ਸਨ ਕਿ ਬਰਨਾਲਾ ਮਿਨਿਸਟਰੀ ਜ਼ਿਆਦਾ ਸਮੇਂ ਤੱਕ ਚੱਲੇ ਜਾਂ ਸਰਵਾਈਵ ਕਰੇ। ਲੇਕਿਨ ਇਸ ਤੋਂ ਬਾਅਦ ਪ੍ਰਕਾਸ਼ ਸਿੰਘ ਬਾਦਲ ਦੀਆਂ 3 ਸਰਕਾਰਾਂ ਆਉਂਦੀਆਂ ਨੇ, 1997 ਤੋਂ 2002, 2007 ਤੋਂ 2012 ਤੇ 2012 ਤੋਂ 2017। ਇਹਨਾਂ ਤਿੰਨਾਂ ਸਰਕਾਰਾਂ ਦੇ ਸਮਿਆਂ ਦੇ ਵਿੱਚ ਨਾ ਸਿਰਫ ਦਰਬਾਰਾ ਸਿੰਘ ਗੁਰੂ ਨੂੰ ਟੌਪ ਤੇ ਜਿਹੜੇ ਅਹੁਦੇ ਦਿੱਤੇ ਗਏ ਬਲਕਿ ਸਰਕਾਰ ਨੇ ਬਰਨਾਲੇ ਮਿਨਿਸਟਰੀ ਦੇ ਵਕਤ ਹੋਈ ਇਸ ਵਧੀਕੀ, ਇਸ ਤਸ਼ੱਦਦ ਦੀ ਕੇਸ ਦੀ ਪੜਤਾਲ ਕਰਨੀ ਤਾਂ ਦੂਰ ਦੀ ਗੱਲ ਸੀ, ਉਸ ਦੀਆਂ ਰਿਪੋਰਟਾਂ ਨੂੰ ਰਿਕਾਰਡਾਂ ਦੇ ਵਿੱਚ ਦੱਬ ਕੇ ਰੱਖਿਆ। ਮੇਰੇ ਮੁਤਾਬਕ ਬਹਿਬਲ ਕਲਾਂ ਦੀ ਘਟਨਾ ਜਿੱਥੇ ਕਿ 2 ਸਿੱਖ ਨੌਜਵਾਨਾਂ ਨੂੰ ਪੁਲਿਸ ਤਸ਼ੱਦਦ ਜਾਂ ਪੁਲਿਸ ਦੀ ਵਧੀਕੀ ਦੇ ਚੱਲਦੇ ਗੋਲੀਆਂ ਮਾਰੀਆਂ ਗਈਆਂ, ਮੌਤ ਦੇ ਘਾਟ ਉਤਾਰਿਆ ਗਿਆ। ਇਹ ਕੇਸ ਨਕੋਦਰ ਦਾ ਇਹ 1986 ਫਰਵਰੀ ਦਾ ਸਾਕਾ ਉਸ ਕੇਸ ਨਾਲੋਂ ਬਹੁਤ ਵੱਡੇ ਲੈਵਲ ਦੀ ਵਧੀਕੀ ਸੀ, ਜਿਸ ਮਾਮਲੇ ਦੇ ਵਿੱਚ ਬਾਅਦ ਦੇ ਵਿੱਚ ਅਫਸਰਾਂ ਨੇ ਮਿਲ ਕੇ ਕਿਵੇਂ ਇਸ ਕੇਸ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ, ਕਿਵੇਂ ਇੱਕ ਜਾਂਚ ਕਮਿਸ਼ਨ ਦੀ ਰਿਪੋਰਟ ਨੂੰ ਖੁਰਦ-ਬੁਰਦ ਕੀਤਾ ਗਿਆ ਤੇ ਉਹ ਖੁਰਦ-ਬੁਰਦ 1980-90 ਦੇ ਦਹਾਕੇ ਦੇ ਵਿੱਚ ਨਹੀਂ ਬਲਕਿ ਪਿਛਲੇ 5-7-10 ਸਾਲਾਂ ਦਾ ਹੀ ਖੇਡ ਹੈ। ਅੱਜ ਸਾਰੇ ਦੇ ਸਾਰੇ ਕਿਰਦਾਰ ਪਬਲਿਕ ਡੋਮੇਨ ਦੇ ਵਿੱਚ ਨੇ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਵੱਲੋਂ ਇਹ ਮੁੱਦਾ ਪਿਛਲੀ ਸਰਕਾਰ ਵਕਤ ਜਾਂ ਪਿਛਲੇ ਟਰਮ ਦੇ ਦੌਰਾਨ ਚੁੱਕਿਆ ਗਿਆ ਤੇ ਹੁਣ ਵੀ ਇਹ ਗੱਲਬਾਤ ਉਹਨਾਂ ਦੇ ਹੀ ਇੱਕ ਵਿਧਾਇਕ ਨੇ ਚੁੱਕੀ। ਹਾਲਾਂਕਿ ਉਹਨਾਂ ਨੇ ਸ਼ੋਕ ਮਤਿਆਂ ਦੀ ਗੱਲ ਕੀਤੀ ਲੇਕਿਨ ਮੁੱਦਾ ਤਾਂ ਸ਼ੋਕ ਮਤਿਆਂ ਤੋਂ ਕਿਤੇ ਅੱਗੇ ਜਾਂਦਾ ਹੈ। ਮਾਮਲੇ ਦੇ ਵਿੱਚ ਇਸ ਵਕਤ ਪਾਰਲੀਮੈਂਟਰੀ ਕਮੇਟੀ ਬਿਠਾ ਕੇ, ਪੰਜਾਬ ਵਿਧਾਨ ਸਭਾ ਦੀ ਇੱਕ ਕਮੇਟੀ ਬਿਠਾ ਕੇ ਆਪਣੇ ਰਿਕਾਰਡ ਦੇ ਖੁਰਦ-ਬੁਰਦ ਹੋਣ ਦੀ ਜੇ ਜਾਂਚ ਨਹੀਂ ਕਰ ਸਕਦੀ ਫਿਰ ਤੁਸੀਂ ਕ੍ਰਿਮੀਨਲਸ ਨੂੰ, ਗੈਂਗਸਟਰਾਂ ਨੂੰ ਇਹ ਕਹਿਣਾ ਬੰਦ ਕਰ ਦਿਓ ਕਿ ਉਹ ਕਾਨੂੰਨ ਦੀ ਪਾਲਣਾ ਨਹੀਂ ਕਰਦੇ, ਕਿਉਂਕਿ ਜੇ ਅੱਜ ਕਾਨੂੰਨ ਦੀ ਕੋਈ ਪਾਲਣਾ ਨਹੀਂ ਕਰ ਰਿਹਾ ਤਾਂ ਉਹ ਸਾਡੀ ਵਿਧਾਨ ਸਭਾ ਦੇ ਵਿੱਚ ਬੈਠੇ ਇਹ ਸਾਡੇ ਮਾਨਯੋਗ ਮੈਂਬਰ ਸਾਹਿਬਾਨ ਨਹੀਂ ਕਰ ਰਹੇ ਹੋਣਗੇ। ਜੇ ਉਹਨਾਂ ਨੂੰ ਆਪਣੀ ਵਿਧਾਨ ਸਭਾ ਦੇ ਰਿਕਾਰਡ 'ਚੋਂ ਗਾਇਬ ਹੋਈ ਇੱਕ ਇਨਕੁਆਇਰੀ ਰਿਪੋਰਟ ਦੇ ਕੇਸ ਦੇ ਵਿੱਚ ਇਨਵੈਸਟੀਗੇਸ਼ਨ ਕਰਨ ਦਾ, ਪੜਤਾਲ ਕਰਨ ਦੇ ਵਿੱਚ ਕੋਈ ਇੰਟਰਸਟ, ਕੋਈ ਰੁਚੀ ਨਹੀਂ ਹੈ ਤਾਂ ਫਿਰ ਮੈਨੂੰ ਲੱਗਦਾ ਹੈ ਉਹਨਾਂ ਨੂੰ ਨਿਆਂ, ਇਨਸਾਫ ਤੇ ਹੱਕ ਦੀ ਗੱਲ ਕਰਨ ਦੇ ਕਿਸੇ ਵੀ ਮੁੱਦੇ ਵਿੱਚ ਕੋਈ ਰੁਚੀ ਨਹੀਂ ਹੈ। ਫਿਰ ਇਹ ਬੇਅਦਬੀ ਦੇ ਮੁੱਦਿਆਂ, ਬੇਅਦਬੀ ਤੋਂ ਬਾਅਦ ਜਿਹੜੇ ਲੋਕ ਬੇਅਦਬੀਆਂ ਦੇ ਖਿਲਾਫ ਮੋਰਚਿਆਂ ਦੇ ਵਿੱਚ ਮਾਰੇ ਜਾਂਦੇ ਨੇ, ਸੰਘਰਸ਼ ਕਰ ਰਹੇ ਹੁੰਦੇ ਨੇ, ਜਿਨ੍ਹਾਂ ਨੂੰ ਵੈਸੇ ਤੁਸੀਂ ਸ਼ਹੀਦ ਦਾ ਦਰਜਾ ਦੇਣ ਦੀ ਕੋਸ਼ਿਸ਼ ਕਰ ਰਹੇ ਹੁੰਦੇ ਨੇ, ਜੇ ਉਹਨਾਂ ਦੇ ਸ਼ੋਕ ਮਤਿਆਂ ਨੂੰ ਤੁਸੀਂ ਵਿਧਾਨ ਸਭਾ ਦੇ ਵਿੱਚ ਪੁਰਾਣਾ ਕਹਿ ਕੇ ਲਿਆਉਣਾ ਨਹੀਂ ਚਾਹ ਰਹੇ ਹੋ। 1 ਮਿੰਟ ਲਈ ਇਸ ਘਟਨਾ ਦੇ ਉਸ ਧਾਰਮਿਕ ਤੇ ਉਸ ਭਾਵਨਾਤਮਕ ਪੱਖ ਨੂੰ ਆਪਾਂ ਸਾਈਡ ਤੇ ਰੱਖ ਦਿੰਦੇ ਹਾਂ। ਮੈਂ ਸਿਰਫ ਇੱਕ ਵਿਧਾਨਕ ਪੱਖ ਦੀ ਗੱਲ ਕਰਾਂਗਾ। ਮੈਂ ਸਿਰਫ ਇੱਕ ਨਿਆਇਕ ਰਿਪੋਰਟ, ਇੱਕ ਨਿਆਇਕ ਕਮਿਸ਼ਨ ਦੀ ਰਿਪੋਰਟ ਜੋ ਕਿ ਵਿਧਾਨ ਸਭਾ ਦੇ ਰਿਕਾਰਡ ਵਿੱਚੋਂ ਗਾਇਬ ਹੋ ਗਈ ਹੈ, ਚੋਰੀ ਕਰ ਲਈ ਗਈ ਹੈ, ਉਸ ਨੂੰ ਡਿਸਟਰੋਏ ਕਰਤਾ ਗਿਆ ਹੈ, ਮੈਂ ਉਸ ਦੀ ਪੜਤਾਲ ਦੀ ਗੱਲ ਕਰਦਾ ਪਿਆ ਹਾਂ। ਮੈਂ ਉਹ ਹੱਕਾਂ ਤੇ, ਮੈਂ ਉਸ ਵਿਧਾਨ ਸਭਾ ਦੀ ਸੈਂਕਟਿਟੀ ਦੀ ਗੱਲ ਕਰਦਾ ਹਾਂ ਜਿਸ ਨੂੰ ਰਿਸਟੋਰ ਕਰਨਾ ਅੱਜ ਖੁਦ ਵਿਧਾਨ ਸਭਾ, ਉਸ ਦੇ ਸਪੀਕਰ ਤੇ ਉਸ ਦੇ ਮਾਣਯੋਗ ਮੈਂਬਰਾਂ ਦੇ ਹੱਥ ਵਿੱਚ ਹੈ। ਕਦੋਂ ਇਹ ਲੋਕ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਕਰਨਗੇ? ਮੈਂ ਕੋਈ ਨਹੀਂ ਹੁੰਦਾ, ਆਈ ਐਮ ਅ ਵੈਰੀ ਸਮਾਲ ਫਰਾਈ ਐਜ਼ ਕੰਪੇਅਰ ਟੂ ਦਿਸ ਹਿਊਜ ਸਕੀਮ ਆਫ ਥਿੰਗਸ, ਲੇਕਿਨ
ਮੇਰਾ ਕੰਮ ਇਹ ਜ਼ਰੂਰ ਹੈ ਕਿ ਜਦੋਂ ਇਸ ਤਰੀਕੇ ਦੇ ਤੁਸੀਂ ਬਿਆਨ ਦੇ ਕੇ ਵਾਅਦੇ ਕਰਕੇ ਉਹਨਾਂ ਵਿਸ਼ਿਆਂ ਦੇ ਉੱਤੇ ਰਾਜਨੀਤੀ ਕਰਕੇ ਪੋਲੀਟੀਕਲ ਨੈਰੇਟਿਵ ਖੜਾ ਕਰਕੇ ਤੁਸੀਂ ਸੱਤਾ ਦੇ ਵਿੱਚ ਆਉਂਦੇ ਹੋ, ਉਸ ਕੁਰਸੀ ਦੇ ਬੈਠਦੇ ਹੀ ਤੁਹਾਨੂੰ ਉਹ ਕਮਿਟਮੈਂਟਸ ਕਿਉਂ ਭੁੱਲ ਜਾਂਦੀਆਂ ਨੇ? ਅੱਜ ਵਿਧਾਨ ਸਭਾ ਦੀ ਕੁਰਸੀ ਤੇ ਬੈਠ ਕੇ ਕੁਲਤਾਰ ਸਿੰਘ ਸੰਧਵਾ ਪੰਜਾਬ ਦੇ ਸਪੀਕਰ ਕਿਉਂ ਭੁੱਲ ਗਏ ਨੇ ਕਿ ਇਸੇ ਨਕੋਦਰ ਬੇਅਦਬੀ ਤੇ ਗੋਲੀ ਕਾਂਡ ਦੇ ਵਿੱਚ ਉਹ ਇਨਸਾਫ ਦੀ ਗੱਲ ਕਰਦੇ ਸੀ, ਤੇ ਅੱਜ ਇਨਸਾਫ ਜਦੋਂ ਦੇਣਾ ਉਹਨਾਂ ਦੇ ਆਪਣੇ ਹੱਥ ਦੇ ਵਿੱਚ ਹੈ, ਆਪਣੇ ਵੱਸ ਦੇ ਵਿੱਚ ਹੈ, ਤਾਂ ਇਸ ਮਾਮਲੇ ਦੇ ਵਿੱਚ ਕੀ ਕੋਈ ਪਾਰਲੀਮੈਂਟਰੀ ਕਮੇਟੀ ਬੈਠ ਕੇ ਜਾਂਚ ਨਹੀਂ ਕਰ ਸਕਦੀ? ਵਿਧਾਇਕਾਂ ਦੀ ਕੋਈ ਸਮਿਤੀ ਨਹੀਂ ਬਣਾਈ ਜਾ ਸਕਦੀ? ਇਸ ਕੇਸ ਨੂੰ ਕੀ ਇੱਕ SIT ਬਣਾ ਕੇ ਪੜਤਾਲਿਆ ਨਹੀਂ ਜਾ ਸਕਦਾ? ਜੇ ਤੁਹਾਡੇ ਤੋਂ ਜਾਂਚ ਪੜਤਾਲ ਨਹੀਂ ਹੁੰਦੀ ਇਸ ਕੇਸ ਨੂੰ, ਕੀ ਸੈਂਟਰਲ ਬਿਊਰੋ ਆਫ ਇਨਵੈਸਟੀਗੇਸ਼ਨ ਨੂੰ ਤੁਸੀਂ ਟ੍ਰਾਂਸਫਰ ਨਹੀਂ ਕਰ ਸਕਦੇ ਹੋ? ਕੀ ਕਾਰਨ ਰਹਿੰਦੇ ਨੇ, ਕਿਹੜੇ ਮੁਫਾਦ ਰਹਿੰਦੇ ਨੇ ਜਿਨ੍ਹਾਂ ਦੇ ਚੱਲਦਿਆਂ ਵਿਰੋਧੀ ਧਿਰਾਂ ਦੇ ਰੂਪ ਵਿੱਚ, ਵਿਰੋਧੀ ਪਾਰਟੀ ਦੇ ਲੀਡਰਾਂ ਵਿਧਾਇਕਾਂ ਦੇ ਰੂਪ ਵਿੱਚ ਤੁਸੀਂ ਇਹਨਾਂ ਮੁੱਦਿਆਂ ਨੂੰ ਜ਼ੋਰ ਸ਼ੋਰ ਨਾਲ ਚੁੱਕਦੇ ਹੋ, ਤੇ ਜਦੋਂ ਸਰਕਾਰਾਂ ਬਣ ਜਾਂਦੀਆਂ ਨੇ ਤਾਂ ਮੁੱਖ ਦਰਸ਼ਕ ਬਣ ਜਾਂਦੇ ਹੋ, ਜਾਂ ਫਿਰ ਪੁਰਾਣਾ ਕਹਿ ਕੇ ਇਹਨਾਂ ਨੂੰ ਅੱਖੋਂ ਪਰੋਖੇ ਕਰਨ ਦੀ ਕੋਸ਼ਿਸ਼ ਕਰਦੇ ਹੋ? ਜਵਾਬਦੇਹੀ ਬਣਦੀ ਹੈ ਸਰਕਾਰ ਦੀ ਵੀ ਤੇ ਵਿਧਾਨ ਸਭਾ ਦੇ ਮਾਨਯੋਗ ਸਪੀਕਰ ਸਾਹਿਬ ਕੁਲਤਾਰ ਸਿੰਘ ਸੰਧਵਾ, ਜੋ ਕਿ ਖੁਦ ਉਸ ਬੈਲਟ ਵਿੱਚੋਂ ਆਉਂਦੇ ਨੇ ਜਿੱਥੇ ਕਿ ਬੇਅਦਬੀ ਦੇ ਕੇਸਾਂ ਦੇ ਨਾਲ ਜੁੜੀਆਂ ਹੋਏ तमाम ਘਟਨਾਕ੍ਰਮ ਦਾ ਐਪੀਸੈਂਟਰ ਰਿਹਾ। ਅੱਜ ਉਹ ਨਕੋਦਰ ਦੀ ਇਸ ਬੇਅਦਬੀ ਤੇ ਉਸ ਤੋਂ ਬਾਅਦ ਦਾ ਜਿਹੜਾ ਘਟਨਾ ਚੱਕਰ ਹੈ, ਇਸ ਮਾਮਲੇ ਦੇ ਵਿੱਚ ਜੇ ਇੱਕ ਜਾਂਚ ਆਰਡਰ ਨਹੀਂ ਕਰਦੇ ਤਾਂ ਇੱਕ ਬੜਾ ਵੱਡਾ ਇਲਜ਼ਾਮ ਉਹਨਾਂ ਦੇ ਉੱਤੇ ਹਮੇਸ਼ਾ ਰਹੇਗਾ ਕਿ ਜਦ ਉਹ ਸੱਤਾ ਦੇ ਵਿੱਚ ਸਨ, ਜਦ ਉਸ ਕੁਰਸੀ ਦੇ ਉੱਤੇ ਬੈਠ ਕੇ ਉਹਨਾਂ ਕੋਲ ਨਿਆਂ ਤੇ ਇਨਸਾਫ ਕਰਨ ਦਾ ਇੱਕ ਮੌਕਾ ਸੀ, ਉਸ ਵਕਤ ਜੇ ਆਪਣੀ ਜ਼ਿੰਮੇਵਾਰੀ ਪੂਰੀ ਨਹੀਂ ਕਰ ਪਾਏ ਤਾਂ ਭਵਿੱਖ ਦੇ ਵਿੱਚ ਉਹਨਾਂ ਨੂੰ ਕਦੇ ਮੌਕਾ ਨਹੀਂ ਮਿਲਣਾ। ਆਪਾਂ ਮੰਨ ਕੇ ਚੱਲਦੇ ਹਾਂ ਵੀ ਜਿਸ ਬਰੂਟ ਮੈਜੋਰਿਟੀ ਦੇ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ, ਤੇ ਜਿੰਨੇ ਚੰਗੇ ਕੰਮ ਆਮ ਆਦਮੀ ਪਾਰਟੀ ਦੀ ਸਰਕਾਰ ਕਰ ਰਹੀ ਹੋ ਸਕਦੀ ਹੈ, ਜਿਨ੍ਹਾਂ ਨੂੰ ਦੱਸਣ ਦਾ ਸ਼ਾਇਦ ਸਾਡੇ ਵਰਗੇ ਕ੍ਰਿਟੀਕਲ ਪੱਤਰਕਾਰਾਂ ਨੂੰ ਮੌਕਾ ਨਹੀਂ ਮਿਲਦਾ, ਉਸ ਦੇ ਚੱਲਦਿਆਂ ਤੁਸੀਂ 10 ਸਾਲ 15 ਸਾਲ 20 ਸਾਲ ਹੋਰ ਸਰਕਾਰ ਚਲਾ ਲੈਂਦੇ ਹੋ। ਅਜਿਹੀਆਂ ਘਟਨਾਵਾਂ ਦੇ ਵਿੱਚ ਕੀ ਤੁਸੀਂ ਇਹਨਾਂ ਮੁੱਦਿਆਂ ਨੂੰ ਉਸ ਵਕਤ ਚੁੱਕੋਗੇ ਜਦੋਂ ਤੁਹਾਡੀਆਂ ਪਾਰਟੀਆਂ ਦੇ 3-3 4-4 ਵਿਧਾਇਕ ਰਹਿ ਚੁੱਕੇ ਹੋਣਗੇ ਸਦਨ ਦੇ ਵਿੱਚ, ਜਿਵੇਂ ਅੱਜ ਅਕਾਲੀ ਦਲ ਦੇ ਰਹਿ ਚੁੱਕੇ ਨੇ? ਮੈਂ ਅਗਲੇ ਇਲੈਕਸ਼ਨ ਦੀ ਗੱਲ ਨਹੀਂ ਕਰ ਰਿਹਾ, ਮੈਂ ਤਾਂ ਅੱਜ ਤੋਂ 10-15 ਸਾਲ ਬਾਅਦ ਦੀ ਗੱਲ ਕਰਦਾ ਪਿਆ, ਕਿਉਂਕਿ ਇਹ ਚੀਜ਼ਾਂ ਉਸੇ ਵਕਤ ਯਾਦ ਆਉਂਦੀਆਂ ਨੇ ਜਦੋਂ ਵਿਰੋਧੀ ਧਿਰ ਹੁੰਦੇ ਹੋ, ਤੇ ਜਦੋਂ ਵਿਰੋਧੀ ਧਿਰ ਹੁੰਦੇ ਤਾਂ ਤੁਹਾਨੂੰ ਪਤਾ ਹੈ ਵੀ ਗਿਣਤੀ ਕੀ ਹੁੰਦੀ ਹੈ, ਨਾ ਤਾਂ ਆਵਾਜ਼ ਉਨੀ ਹੁੰਦੀ ਹੈ ਨਾ ਹੀ ਗਿਣਤੀ ਹੁੰਦੀ ਹੈ, ਤੇ ਫਿਰ ਉਸ ਵਕਤ ਤਾਂ ਉਸੇ ਦੀ ਚੱਲਦੀ ਹੈ, ਸਰਕਾਰ ਜਾਂ ਬਹੁਮੰਜੀ ਦੇ ਹੱਕ ਵਿੱਚ ਹੁੰਦਾ ਹੈ। ਸੋ ਇੱਕ ਵਾਰ ਫਿਰ ਬੇਨਤੀ ਇਹੀ ਹੈ ਕਿ ਇਸ ਤਰੀਕੇ ਦੀ ਕਾਰਗੁਜ਼ਾਰੀ ਸ਼ੋਭਦੀ ਨਹੀਂ ਹੈ। ਉਹ ਸਰਕਾਰਾਂ ਜੋ ਕਿ ਲੋਕਾਂ ਦੇ ਮੈਂਡੇਟ ਦੇ ਨਾਲ ਬਣੀਆਂ ਨੇ, ਲੋਕਾਂ ਦੇ ਭਰੋਸੇ ਦੇ ਨਾਲ ਬਣੀਆਂ ਨੇ ਤੇ ਉਸ ਵਿਸ਼ਵਾਸ ਦੇ ਨਾਲ ਬਣੀਆਂ ਨੇ, ਅੱਜ ਉਸ ਸਰਕਾਰਾਂ ਦੇ ਉਤਲੇ ਅਹੁਦਿਆਂ ਤੇ ਬੈਠੇ ਇਹਨਾਂ ਲੋਕਾਂ ਨੂੰ, ਤੇ ਖਾਸ ਕਰਕੇ ਅੱਜ ਦੀ ਇਸ ਰਿਪੋਰਟ ਦੇ ਸੰਦਰਭ ਦੇ ਵਿੱਚ ਸਰਦਾਰ ਕੁਲਤਾਰ ਸਿੰਘ ਸੰਧਵਾ ਇੱਕ ਸਪੀਕਰ ਹੋਣ ਦੇ ਨਾਤੇ ਉਹਨਾਂ ਦੀ ਇਹ ਜ਼ਿੰਮੇਵਾਰੀ ਵੀ ਬਣਦੀ ਹੈ, ਤੇ ਉਹਨਾਂ ਤੋਂ ਇਹ ਆਸ ਵੀ ਕੀਤੀ ਜਾਂਦੀ ਹੈ ਕਿ ਵਿਧਾਨ ਸਭਾ ਦੇ ਵਿੱਚੋਂ ਜਸਟਿਸ ਗੁਰਨਾਮ ਸਿੰਘ ਦੀ ਨਕੋਦਰ ਦੇ 1986 ਦੇ ਕਾਂਡ ਦੀ ਪੜਤਾਲੀਆ ਰਿਪੋਰਟ, ਇਨਕੁਆਇਰੀ ਰਿਪੋਰਟ ਕਿਵੇਂ ਖੁਰਦ-ਬੁਰਦ ਹੋਈ, ਗਾਇਬ ਹੋਈ, ਇਸ ਮਾਮਲੇ ਦੇ ਵਿੱਚ ਇੱਕ ਅਪਰਾਧਿਕ ਕੇਸ ਰਜਿਸਟਰ ਕੀਤਾ ਜਾਏ, FIR ਰਜਿਸਟਰ ਕਰਕੇ ਇਸ ਮਾਮਲੇ ਦੀ ਇੱਕ ਉੱਚ ਪੱਧਰੀ ਜਾਂਚ ਕਰਾਏ, ਚਾਹੇ ਉਹ ਵਿਧਾਨ ਸਭਾ ਦੀ ਕੋਈ ਕਮੇਟੀ ਕਰੇ, ਚਾਹੇ ਉਹ SIT ਕਰੇ। ਜੇ ਤੁਹਾਡੇ ਵੱਸ ਦੀ ਗੱਲ ਨਹੀਂ ਹੈ ਤਾਂ ਇਸ ਕੇਸ ਨੂੰ CBI ਨੂੰ ਰੈਫਰ ਕਰ ਦਿਓ। ਇਸੇ ਨੁਕਤੇ ਤੇ ਇਸੇ ਪੁਆਇੰਟ ਉੱਤੇ ਅੱਜ ਇਸ ਰਿਪੋਰਟ ਨੂੰ ਮੈਂ ਦਿੰਦਾ ਵਿਰਾਮ। ਤੁਹਾਡੇ ਵਿਚਾਰਾਂ ਦਾ ਰਹੇਗਾ ਇੰਤਜ਼ਾਰ, ਕਿਉਂਕਿ ਇਹ ਬਹੁਤ ਗੰਭੀਰ ਮੁੱਦਾ ਹੈ ਤੇ ਮੈਂ ਚਾਹਾਂਗਾ ਕਿ ਤੁਸੀਂ ਵੀ ਆਪਣੀ ਫੀਡਬੈਕ ਜਾਂ ਆਪਣੇ ਜੋ ਵੀ ਮਨ ਦੇ ਭਾਵ ਹੈਗੇ ਨੇ ਉਸ ਨੂੰ ਵੀ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਲਿਖੋ। ਆਪਾਂ ਆਸ ਕਰਦੇ ਹਾਂ ਕਿ ਵਿਧਾਨ ਸਭਾ ਦਾ ਸੈਸ਼ਨ ਅਜੇ ਜਾਰੀ ਹੈ, ਸਰਕਾਰ ਕੋਈ ਨਾ ਕੋਈ ਕਾਰਵਾਈ ਜ਼ਰੂਰ ਕਰੇ, ਇਸ ਸੈਸ਼ਨ ਵਿੱਚ ਨਹੀਂ ਅਗਲੇ ਵਿੱਚ ਹੀ ਸਹੀ, ਲੇਕਿਨ 37 ਸਾਲਾਂ ਦਾ ਇੰਤਜ਼ਾਰ ਹੈ, ਇੱਕ ਹੀ ਪਰਿਵਾਰ ਬਚਿਆ ਹੈ, ਉਸ ਦਾ ਇੱਕ ਹੀ ਬਜ਼ੁਰਗ ਲੜਾਈ ਲੜ ਰਿਹਾ ਹੈ, ਹਾਈ ਕੋਰਟ 'ਚੋਂ ਪਹੁੰਚ ਚੁੱਕੇ ਨੇ, ਸਰਕਾਰਾਂ ਤੋਂ ਆਸ ਟੁੱਟਦੀ ਜਾ ਰਹੀ ਹੈ, ਸਰਕਾਰਾਂ ਆਪਣੇ ਫੰਕਸ਼ਨਸ ਦੇ ਵਿੱਚ ਪਿਛਲੀਆਂ ਸਰਕਾਰਾਂ ਫੇਲ ਹੋਈਆਂ ਨੇ, ਤੁਸੀਂ ਵੀ ਕਿਤੇ ਉਹੀ ਤੌਮਤ ਫਿਰ ਆਪਣੇ ਉੱਤੇ ਨਾ ਲਵਾ ਲਿਓ। ਸੋ ਬੈਟਰ ਲੇਟ ਦੈਨ ਨੈਵਰ, ਅੱਜ ਵੀ ਤੁਹਾਡੇ ਕੋਲ ਮੌਕਾ ਹੈ, ਤੁਸੀਂ ਕਾਰਵਾਈ ਜ਼ਰੂਰ ਕਰੋ। ਮੈਂ ਇਹ ਨਹੀਂ ਮੰਨ ਕੇ ਚੱਲਦਾ ਕਿ ਇੱਕ ਓਬਿਚੁਰੀਜ਼ ਜੇ ਤੁਸੀਂ ਇਹਨਾਂ 4 ਮਾਰੇ ਜਾ ਚੁੱਕੇ ਸਿੱਖ ਨੌਜਵਾਨਾਂ ਨੂੰ ਨਹੀਂ ਦਿੱਤੀਆਂ, ਯਾਨੀ ਕਿ ਸ਼ੋਕ ਜੇ ਮਤੇ ਉਹਨਾਂ ਦੇ ਵਿਧਾਨ ਸਭਾ 'ਚ ਨਹੀਂ ਪੜੇ, ਤਾਂ ਤੁਹਾਡੀ ਇੱਛਾ ਨਹੀਂ ਹੈ, ਮਨਸ਼ਾ ਨਹੀਂ ਹੈ, ਸਿਰਫ ਗੱਲ ਨੀਅਤ ਦੀ ਹੈ। ਸੋ ਵੀ ਸਟਿਲ ਐਕਸਪੈਕਟ ਕਿ ਤੁਸੀਂ ਉਸ ਕੇਸ ਦੇ ਵਿੱਚ ਇੱਕ ਉੱਚ ਪੱਧਰੀ ਜਾਂਚ ਦੇ ਨਿਰਦੇਸ਼ ਅਜੇ ਵੀ ਦੇ ਸਕਦੇ ਹੋ। ਔਨ ਦਿਸ ਨੋਟ ਇਸ ਰਿਪੋਰਟ ਨੂੰ ਰੋਕਦੇ ਹਾਂ। ਬਹੁਤ ਬਹੁਤ ਧੰਨਵਾਦ ਵੇਖਣ ਲਈ।